ਜਿਹਨੂੰ ਆਪਾਂ ਜੇ ਖੋਲੀ ਤਾਂ ਦੇਖੋ ਇੱਥੇ ਮਚਾਉਂਦੀ ਸੀ ਅੱਗ ਤੇ ਇਹਦੇ ਨਾਲ। This is the kitchen of the hotel. Okay, got it. So people who are traveling could stop and get a meal served to them in the dining room. I see. And they could stay the night in the guest bedrooms upstairs. Mm-hmm. ਕੁਛ ਪੁਰਾਣਾ ਥੀਮ ਡਾਂਸ ਦਾ ਆਪਾਂ ਇਹ ਦੇਖਿਆ ਸੀ ਪਹਿਲਾਂ ਘਰ, ਫਿਰ ਨਾਲ ਇਹ ਦੇਖਿਆ ਸੀਗਾ, ਹੁਣ ਆਹ ਦੇਖਦੇ ਹਾਂ। ਆਹ ਦੇਖੋ ਕਾਟਨ ਲੈ ਕੇ ਰੂਮ ਲੈ ਕੇ ਹੱਥ 'ਚ ਖੜੀ ਹੈ, ਦਿਖਾ ਰਹੀ ਹੈ ਪਹਿਲਾਂ ਲੋਕ ਕਿਵੇਂ ਕਰਦੇ ਸੀ, ਹੱਥ 'ਚ ਫੜੀ ਹੋਈ ਰੂਮ ਕੱਟ ਰਹੇ ਸੀ, ਕੱਟ ਰਹੇ ਸੀ ਬੈਠੇ ਪੰਜਾਬ 'ਚ ਨਹੀਂ ਚਰਖੇ ਦੇ ਕੱਟਦੇ ਕੱਟਦੇ। ਆਹ ਲੋਕ ਪਾਣੀ ਪਾ ਕੇ ਬਾਲਟੀਆਂ 'ਚ ਦੋਵੇਂ ਪਾਸੇ ਤੇ ਇਹਨੂੰ ਆਪਣੇ ਗਰਦਨ ਦੇ ਨਾਲ ਚੱਕਦੇ ਹੁੰਦੇ ਸੀਗੇ, ਮਤਲਬ ਦੋਵੇਂ ਪਾਸੇ ਮੋਢਿਆਂ 'ਤੇ ਰੱਖ ਕੇ। ਪੁਰਾਣਾ ਘਰ ਇੱਕ ਹੋਰ ਆ ਗਿਆ, ਸੇਮ ਹੀ ਆ ਕੁਛ ਭਾਂਡੇ ਗਏ। If you count these, but these are original. Oh yeah, this one's an original broomstick. Yeah, one right here. There we go. ਇਹ 1832 ਚ ਬਣਿਆ ਸੀਗਾ ਘਰ। ਪਹਿਲਾਂ ਲੋਕ ਕੀ ਕਰਦੇ ਸੀ, ਅਲੱਗ ਸੇਮ ਉਹੀ ਸਿਸਟਮ ਪਹਿਲਾਂ ਜਿਹੜਾ ਪਿੱਛੇ ਦਿਖਾਇਆ ਸੀਗਾ, ਕੈਟਲ ਟੰਗੀ ਵੀ ਇੱਥੇ, ਨੀਚੇ ਅੱਗ ਮਚਾਉਂਦੇ ਸੀ, ਮੱਛੀ ਵੀ ਅੱਗ ਕਦੇ ਕਦੇ ਮਤਲਬ ਇੱਥੇ ਅੱਗ ਮਚਾਉਂਦੇ ਵੀ ਦਿਖਾਉਂਦੇ ਵੀ, ਅਤੇ ਸੇਮ ਇਹ ਪਾਣੀ ਗਰਮ ਕਰ ਲੈਂਦੇ ਸੀ ਨੀਚੋਂ ਅੱਗ ਦੇ ਨਾਲ। ਇੱਦਾਂ ਦਾ ਹਰੇਕ ਘਰ ਵਿੱਚ ਹੁੰਦੀ ਸੀਗੀ ਫਰਨੈਸ ਟਾਈਪ। ਅਤੇ ਇਹ ਕਹਿੰਦੇ ਕਿ ਪਹਿਲਾਂ ਲੋਕ ਕੀ ਕਰਦੇ ਸੀ, ਮਤਲਬ ਠੰਡ ਦੀ ਤਿਆਰੀ ਕਰਨ ਵਾਸਤੇ ਵਿੰਟਰ ਦੀ, ਇਹ ਨਾ ਹਰੇਕ ਫਰੂਟਸ ਵੈਜੀਟੇਬਲਸ ਨੂੰ ਨਾ ਸੁਕਾ ਕੇ ਡਰਾਈ ਕਰਕੇ ਉਹਨਾਂ ਦਾ ਅਚਾਰ ਬਣਾ ਕੇ ਵਿਨੇਗਰ ਜਾਂ ਸਾਲਟ ਲਾ ਕੇ ਨਾ ਰੱਖਦੇ ਰਹਿੰਦੇ ਸੀ, ਉਹਨੂੰ ਸਟੋਰ ਕਰਦੇ ਰਹਿੰਦੇ ਸੀ। ਅਤੇ ਉਹ ਦੇਖੋ ਪਿੱਛੇ ਨਾ ਇਹ ਸਾਰਾ ਪਿੱਛੇ ਜਿਹੜੇ ਪਏ ਆ ਇਹਨਾਂ 'ਚ ਇਹ ਲੋਕ ਤੁਸੀਂ ਦੇਖੋ ਨਾ ਸਬਜ਼ੀਆਂ ਜਾਂ ਖੀਰਾ ਹੋ ਗਿਆ, ਉਹਨੂੰ ਇਹ ਵਿਨੇਗਰ 'ਚ ਪਾ ਕੇ ਸਿਰਕੇ 'ਚ ਪਾ ਕੇ ਸਟੋਰ ਕਰ ਲੈਂਦੇ ਸੀਗੇ, ਸੋ ਦੈਟ ਕਿ ਵਿੰਟਰ 'ਚ ਇਹਨੂੰ ਖਾ ਸਕਣ, ਕੰਮ ਆ ਸਕੇ, ਕਿਉਂਕਿ ਵਿੰਟਰ ਵਿੱਚ ਮਤਲਬ ਠੰਡ ਹੁੰਦੀ ਸੀ ਅਤੇ ਜਾਂ ਕਰਕੇ ਸਮਾਨ ਧੁੱਪ ਘੱਟ ਨਿਕਲਦੀ ਸੀ ਅਤੇ ਸੁੱਕਦਾ ਘੱਟ ਸੀਗਾ। ਪਿੱਛੇ ਕੁਛ ਕਰੋਕਰੀ ਪਈ ਆ ਅਤੇ ਲੈਂਪ ਆ ਘਰ ਦਾ। ਇੱਧਰ ਇੱਕ ਰੂਮ ਆ ਘਰ ਦਾ। ਜਿਵੇਂ ਪਹਿਲਾਂ ਵੀ ਦੱਸਿਆ 1832 ਦਾ ਬਣਿਆ ਹੋਇਆ ਘਰ, 1832 ਦਾ। ਆਹ ਵੇਖੋ ਆਹ ਜਿਹੜੀ ਨਹੀਂ ਬਣੀ, ਇਹ 'ਚ ਲੋਕ ਇਹਨੂੰ ਐਜ਼ ਆ ਹੀਟਰ ਯੂਜ਼ ਕਰਦੇ ਸੀ, ਇਹਦੇ 'ਚ ਅੱਗ ਮਚਾਉਂਦੇ ਸੀਗੇ ਅਤੇ ਇਹ ਸਾਰੇ ਘਰ ਨੂੰ ਗਰਮ ਕਰਦੇ ਸੀ ਆ ਪਾਈਪਾਂ ਦੇ ਨਾਲ, ਪਾਈਪਸ ਨਾਲ ਸਾਰੇ ਕਿਤੇ ਇਹ ਜਿਹੜੀ ਹੀਟ ਆ ਚਲੀ ਜਾਂਦੀ ਸੀ। ਜਿਵੇਂ ਅੱਜ ਤਾਂ ਇੱਥੇ ਅੱਜ ਕੱਲ੍ਹ ਤਾਂ ਇੱਥੇ ਇਲੈਕਟ੍ਰਿਕ ਹੀਟਰਸ ਆ ਗਏ ਨਾ, ਪਰ ਲੋਕ ਪਹਿਲਾਂ ਯੂਜ਼ ਕਰਦੇ ਸੀ। ਜਿਹਨੂੰ ਆਪਾਂ ਜੇ ਖੋਲੀ ਤਾਂ ਦੇਖੋ ਇੱਥੇ ਮਚਾਉਂਦੇ ਸੀ ਅੱਗ, ਅਤੇ ਇਹਦੇ ਨਾਲ ਗਰਮ ਹਵਾ ਫਿਰ ਉੱਪਰ ਉੱਠ ਕੇ ਇਹ ਪਾਈਪ ਥਰੂ ਸਾਰੇ ਘਰ 'ਚ ਚਲੇ ਜਾਂਦੀ ਸੀ। ਆਹ ਇੱਕ ਰੂਮ ਹੈ ਘਰ ਦਾ, ਹੋਰ ਕੁਛ ਬੱਚਿਆਂ ਦਾ ਰੂਮ ਹੈ, ਬੱਚਿਆਂ ਦਾ ਸਮਾਨ ਪਿਆ ਹੋਇਆ। ਆਈ ਥਿੰਕ ਬੱਚਾ ਪਾਉਣ ਲਈ ਪਈ ਹੋਈ ਜਿਹੜੀ ਇਹ ਹਿਲਦੀ ਸੀਗੀ ਦੋਵੇਂ ਪਾਸੋਂ, ਇਹ ਤਾਂ ਰੋਕਿੰਗ ਚੇਅਰ ਹੁੰਦੀ ਜਿਵੇਂ ਇੱਦਾਂ ਕਰਕੇ। ਪੁਰਾਣਾ ਕਹਿੰਦੇ ਇਹਦੇ 'ਤੇ ਬੈਠੋ ਨਾ ਅਤੇ ਫੋਟੋਗ੍ਰਾਫ ਲੈ ਸਕਦੇ ਹੋ, ਨਹੀਂ ਤਾਂ ਖਰਾਬ ਹੋ ਜੂ, ਕਹਿੰਦੇ ਪੁਰਾਣੀ ਚੀਜ਼ ਹੈ। ਹੁਣ ਆਪਾਂ ਉੱਪਰ ਚੱਲ ਕੇ ਵੇਖਦੇ ਹਾਂ, ਇੱਕ ਹੋਰ ਫਲੋਰ ਹੈ ਘਰ ਦੀ, ਦੇਖਦੇ ਹਾਂ ਉੱਪਰ ਕੀ ਹੈ। ਉੱਪਰ ਫਲੋਰ ਆ ਗਈ। ਇੱਕ ਹੋਰ ਰੂਮ ਬਣਿਆ ਹੋਇਆ ਇੱਧਰ ਸਾਈਡ 'ਤੇ, ਬੈੱਡ ਪਿਆ ਹੋਇਆ ਪੁਰਾਣਾ ਇਸ ਤਰ੍ਹਾਂ, ਇੱਕ ਹੋਰ ਬੈੱਡ ਪਏ ਹੋਏ ਆ, 3 ਹੋਰ ਇੱਧਰ ਰੂਮ ਦੇ ਵਿੱਚ। ਮਤਲਬ ਇਹ ਲੋਕ ਇੱਕ ਮੇਨ ਹਾਲ ਦੇ ਵਿੱਚ ਸਾਰੇ ਇਕੱਠੇ ਸੌਂਦੇ ਸੀ, ਫੈਮਿਲੀ ਐਜ਼ ਇਨ ਮੇਨ ਹਾਲ 'ਚ ਸੌਂਦੀ ਸੀ। ਇਹ ਵੀ ਕੱਪੜੇ ਟੰਗ ਕੇ ਦਿਖਾਇਆ ਹੋਇਆ ਕਿ ਮਤਲਬ ਇਸ ਤਰ੍ਹਾਂ ਲੋਕ ਕਰਦੇ ਸੀ ਪਹਿਲਾਂ। ਉਹ ਇੱਕ ਹੋਰ ਖੁੱਲ੍ਹਾ ਏਰੀਆ ਟਾਈਪ ਆ ਗਿਆ। ਆਹ ਦੇਖੋ ਇਹਦੇ 'ਤੇ ਲੋਕ ਨਾ ਕਾਟਨ ਨੂੰ ਕੱਤਦੇ ਸੀਗੇ, ਜਿਵੇਂ ਪੰਜਾਬ 'ਚ ਚਰਖੇ ਨਹੀਂ ਕੱਤਦੇ, ਸਿਮਿਲਰ ਹੀ ਕਨਸੈਪਟ ਆ, ਪੁਰਾਣੇ ਲੋਕ ਯੂਜ਼ ਕਰਦੇ ਸੀ। ਤੇ ਕੁਛ ਪੁਰਾਣਾ ਸਮਾਨ ਰੱਖਿਆ ਹੋਇਆ ਇਹਨਾਂ ਨੇ ਇੱਕ ਕਾਰਨਰ ਦੇ ਵਿੱਚ। ਇੱਕ ਰੂਮ ਦੇ ਵਿੱਚ ਇੱਕ ਹੋਰ ਬੈੱਡ ਪਿਆ, ਇੱਧਰ ਵੀ ਪਿਆ, ਕੁਰਸੀਆਂ ਚੇਅਰਸ ਪਈਆਂ।
ਹੁਣ ਚੱਲਦੇ ਹਾਂ ਨੀਚੇ ਆਪਾਂ। ਹੁਣ ਆਪਾਂ ਇਹ ਦੇਖਦੇ ਹਾਂ ਅੱਗੇ ਵਾਲਾ। ਇਹ ਹੈਗਾ ਲਸਕੇ ਐਮਪੋਰੀਅਮ ਗਰੋਸਰੀਜ਼ ਹਾਰਡਵੇਅਰ ਪੇਂਟਸ ਆਇਲਸ ਡਰਾਈ ਗੁੱਡਸ ਕਲੋਥਿੰਗ ਬੂਟਸ ਐਂਡ ਸ਼ੂਜ਼। ਮਤਲਬ ਇਹ ਗਰੋਸਰੀ ਸਟੋਰ ਸੀਗਾ ਪੁਰਾਣਾ, ਜਿੱਥੇ ਕਿ ਗਰੋਸਰੀਜ਼ ਮਿਲਦੀਆਂ ਸੀਗੀਆਂ, ਘਰ ਦਾ ਹੋਰ ਕੋਈ ਹਾਰਡਵੇਅਰ, ਤੇਲ, ਸੁੱਕਾ ਹੋਇਆ ਸਮਾਨ, ਕੱਪੜੇ, ਬੂਟਸ ਐਂਡ ਸ਼ੂਜ਼। ਚਲੋ ਅੰਦਰ ਵੀ ਨੇ ਇਸ ਤਰ੍ਹਾਂ ਦਾ ਪੂਰਾ। ਇਹ ਦੇਖੋ, ਇਹ ਪੁਰਾਣਾ ਗਰੋਸਰੀ ਸਟੋਰ ਬਣਾ ਕੇ ਉਵੇਂ ਰੱਖਿਆ ਹੋਇਆ ਇਹਨਾਂ ਨੇ। ਪਿੱਛੇ ਕਾਫੀ ਐਂਡ ਸਪਾਈਸਿਸ, ਕੁਛ ਕੱਪ ਪਏ ਹੋਏ ਆ, ਕਰੋਕਰੀ ਦਾ ਸਮਾਨ। ਇਹ ਪੁਰਾਣਾ ਇੱਦਾਂ ਦਾ ਹੁੰਦਾ ਸੀ ਗਰੋਸਰੀ ਸਟੋਰ। ਘਰ ਦਾ ਸਮਾਨ ਜੇ ਕਿਸੇ ਨੇ ਕੁਛ ਲੈਣ ਆਉਣਾ, ਮਸਾਲੇ ਜਾਂ ਕੁਛ ਹੋਰ, ਜਾਂ ਜੋ ਵੀ ਲੋਕ ਯੂਜ਼ ਕਰਦੇ ਸੀ ਡੇ ਟੂ ਡੇ ਲਾਈਫ 'ਚ, ਇਹ ਸਾਰਾ ਕੁਛ ਇੱਥੋਂ ਲੈਣ ਆਉਂਦਾ ਸੀ। ਇਸ ਤਰ੍ਹਾਂ ਦਾ ਪੁਰਾਣੀਆਂ ਟੋਕਰੀਆਂ ਪਈਆਂ ਬਣਾਈਆਂ ਹੋਈਆਂ। ਉਹ ਪਿੱਛੇ ਤੇਲ ਪਿਆ, ਵਿਨੇਗਰ। ਤੇ ਇੱਧਰ ਜਿਵੇਂ ਪਹਿਲਾਂ ਵੇਖਿਆ ਆਪਾਂ ਗਰੋਸਰੀ ਵਗੈਰਾ ਕੁਛ ਹੋਰ, ਜਾਂ ਕੱਪ ਜਾਂ ਕੋਈ ਹੋਰ ਤੇਲ ਲੈਣਾ, ਜਾਂ ਕੁਛ ਡਰਾਈ ਚੀਜ਼ਾਂ ਲੈਣੀਆਂ ਲੋਕਾਂ ਨੇ ਇੱਧਰ ਰੱਖੀਆਂ ਹੋਈਆਂ, ਜਾਂ ਬਾਸਕਟਸ। ਤੇ ਇੱਧਰ ਇੱਧਰ ਮਤਲਬ ਰਾਈਟ ਹੈਂਡ ਸਾਈਡ 'ਤੇ ਕੱਪੜੇ ਜਿਹੇ ਨਹੀਂ ਇੰਡੀਆ 'ਚ ਹੁੰਦੇ, ਜਿਵੇਂ 1850-60 ਦੇ ਵਿੱਚ ਵੀ ਲੋਕ ਸੇਮ ਹੀ ਇੱਦਾਂ ਕੱਪੜੇ ਹੁੰਦੇ ਸੀ ਦੁਕਾਨ ਦੇ ਉੱਤੇ, ਤੇ ਲੋਕ ਇੱਥੋਂ ਬਾਏ ਕਰਦੇ ਸੀ ਆ ਕੇ। ਮਤਲਬ ਇੱਥੋਂ ਕੱਪੜਾ ਲੈ ਕੇ ਲੋਕ ਸਵਾ ਲੈਂਦੇ ਸੀ, ਜਿਵੇਂ ਟੇਲਰ ਦਾ ਹੁੰਦਾ ਸੀ। ਕੁਛ ਉਵੇਂ ਇਹਨਾਂ ਨੇ ਦਿਖਾਇਆ ਹੋਇਆ, ਪ੍ਰੋਪਰ ਉਵੇਂ ਦਿਖਾ ਕੇ ਰੱਖਿਆ ਹੋਇਆ। ਹੋਰ ਫਰਨੈਸ ਸੇਮ ਜਿਵੇਂ ਪਹਿਲਾਂ ਦਿਖਾਇਆ ਸੀ ਮੈਂ, ਇਸ ਘਰ 'ਚ ਵੀ ਹੈਗੀ ਇੱਥੇ। ਇੱਕ ਹੋਰ ਰੂਮ ਇੱਧਰ, ਲਕਸੇ ਐਮਪੋਰੀਅਮ। 1845 'ਚ ਬਣਾਇਆ ਸੀ ਓਨਟਾਰੀਓ ਦੇ ਵਿੱਚ ਇਹ, ਤੇ ਕਸਟਮਰਸ ਨੂੰ 20th ਸੈਂਚੁਰੀ ਤੱਕ ਸਰਵ ਕੀਤਾ ਸੀਗਾ। I think I found a 1960 ਦੇ lantern. ਵਿੱਚ ਇਸ ਵੀਡੀਓ ਦੇ Please ਵਿੱਚ say it right. ਲਿਆ ਗਏ। Is that the lantern? It doesn't have a lotus. I don't see a lotus, but Wait, look in here. Hello, do you guys ਇੱਦਾਂ ਦੇਖੋ, ਕੁਛ ਸਮਾਨ ਪਿਆ ਹੋਇਆ, ਚੇਅਰ ਪਈ ਆ, ਟੇਬਲ ਪਿਆ, ਇੱਥੇ ਲੋਕ ਬੈਠ ਕੇ ਲਿਖਦੇ ਸੀਗੇ ਪਹਿਲਾਂ ਲੋਕ। ਤੇ ਨਾਲ ਇੱਕ ਲੈਂਪ ਪਿਆ ਆ, ਆਇਲ ਲੈਂਪ, ਜਿਹੜਾ ਕਿ ਜਿਵੇਂ ਇੰਡੀਆ 'ਚ ਨਹੀਂ ਹੁੰਦੇ ਦੀਵੇ ਯੂਜ਼ ਕਰਦੇ ਸੀ, ਉੱਥੇ ਇਹ ਮਤਲਬ ਇੱਥੇ ਆਇਲ ਲੈਂਪ ਯੂਜ਼ ਕਰਦੇ ਸੀ ਲੋਕ। ਸਿਮਿਲਰ ਹੀ ਕਨਸੈਪਟ ਆ। ਤੇ ਇੱਥੇ ਸਭ ਤੋਂ ਪਹਿਲਾਂ ਪੋਸਟ ਆਫਿਸ ਜਿਹੜਾ ਸੀਗਾ ਇੱਕ ਕਮਿਊਨਿਟੀ ਦੇ ਵਿੱਚ ਬਣਾਇਆ ਸੀਗਾ, ਉਹ ਇਹ ਪਿਆ। ਇੱਥੇ ਲੋਕ ਲੈਟਰਸ ਪਾਉਂਦੇ ਸੀਗੇ ਪੋਸਟ ਆਫਿਸ, ਜਿਹਨੇ ਚਿੱਠੀਆਂ ਪੋਸਟ ਕਰਨੀਆਂ, ਤਾਂ ਲੋਕ ਇਹਦੇ ਆ ਨਹੀਂ ਬਾਕਸ ਬਣੇ ਇਹਨਾਂ 'ਚ ਅਲੱਗ-ਅਲੱਗ ਬਾਕਸ ਦੇ ਵਿੱਚ ਮੈਨੂੰ ਰੱਖਦੇ ਹੋਣੇ, ਜਿਹੜੀਆਂ ਵੀ ਲੈਟਰਸ ਲੋਕ ਲੈਣ ਆ ਰਹੇ ਆ ਜਾਂ ਦੇਣ ਆ ਰਹੇ ਆ। You have lots of ink. What else is on the list? Is there a green bird? Is there a hammer on the list? Serena, is there a hammer on the list? ਕੁਛ ਸਟੋਰੇਜ ਏਰੀਆ ਮੈਨੂੰ ਲੱਗਦਾ ਇਹ ਸਟੋਰ ਦਾ, ਜਿੱਥੇ ਕੱਪੜੇ ਰੱਖੇ ਗਏ ਸਟੋਰ ਕਰਨ ਲਈ। ਜਿਹੜੇ ਬਰੂਮਸ ਪਏ ਆ ਪਿੱਛੇ, ਝਾੜੂ ਜਿਹੜੇ ਯੂਜ਼ ਕਰਦੇ ਸੀ ਲੋਕ, ਉਹ ਪਿੱਛੇ ਪਏ ਹੋਏ ਆ। ਆਹ ਛੱਤ ਨਾਲ ਟੰਗੇ ਹੋਏ ਇਹਨਾਂ ਨੇ ਭਾਂਡੇ, ਲੋਕ ਇਸ ਤਰ੍ਹਾਂ ਰੱਖਦੇ ਹੋਣੇ ਪਹਿਲਾਂ। ਪਿੱਛੇ ਕੁਛ ਟੂਲਸ ਪਏ ਆ, ਉਹ ਇੱਕ ਛੱਤ ਨਾਲ ਲੈਂਪ ਟੰਗਿਆ ਹੋਇਆ ਚਾਨਣ ਕਰਨ ਵਾਸਤੇ, ਤੇ ਹੋਰ ਕੁਛ ਟੂਲਸ ਟੰਗੇ ਹੋਏ ਆ। ਹੁਣ ਆਪਾਂ ਚੱਲਦੇ ਹਾਂ ਬਾਹਰ। ਉਹ ਵਿਚਾਰੀ ਰੋਈ ਜਾਂਦੀ ਕੁੜੀ, ਇੱਕ ਪਤਾ ਨਹੀਂ ਕਿਉਂ। ਫਿਰ ਮਿਲ ਗਿਆ ਪਾਇਲਟ। ਹੁਣ ਆਪਾਂ ਚੱਲਦੇ ਇਹਦੇ ਅੰਦਰ। ਇਹ ਹੈਗਾ ਹਾਫਵੇ ਹਾਊਸ, ਹਾਫਵੇ ਇਨ ਜਾਂ ਹਾਊਸ। ਇਹ ਪਹਿਲਾਂ ਲੋਕਾਂ ਦੇ ਲਈ, ਜਿਵੇਂ ਲੋਕ ਪਹਿਲਾਂ ਟਰੈਵਲ ਕਰਦੇ ਸੀ ਉਹਨਾਂ ਦੇ ਲਈ ਇੱਥੇ ਮਤਲਬ ਇੱਥੇ ਇਹ ਰੂਮ ਰੈਂਟ ਕਰਕੇ ਵੀ ਰਹਿ ਸਕਦੇ ਸੀ ਲੋਕ ਪਹਿਲਾਂ। ਤੇ ਜਾਂ ਇਹ ਮਤਲਬ ਜਿਹਨੇ ਕਿਸੇ ਨੇ ਦਾਰੂ ਵਗੈਰਾ ਪੀਣੀ ਹੋਵੇ, ਇੱਕ ਤਰ੍ਹਾਂ ਦਾ ਬਾਰ ਵੀ ਸੀਗਾ ਇਹ, ਤੇ ਪਲੱਸ ਇੱਕ ਤਰ੍ਹਾਂ ਦਾ ਰੈਸਟੋਰੈਂਟ ਵੀ ਸੀਗਾ। ਸੋ ਲੋਕ ਇੱਥੇ ਖਾਂਦੇ ਵੀ ਸੀਗੇ, ਰਹਿੰਦੇ ਵੀ ਸੀਗੇ,
ਰੈਂਟ ਤੇ ਲੈ ਕੇ ਰੂਮ ਤੇ ਪਲੱਸ ਇੱਕ ਹੋਰ ਇਵੈਂਟਸ ਵਾਸਤੇ ਵੀ ਯੂਜ਼ ਕੀਤਾ ਜਾਂਦਾ ਸੀਗਾ। ਆ ਪਹਿਲਾ ਕਮਰਾ ਹਾਲ ਆ, ਜਿਵੇਂ ਇੱਥੇ ਲੋਕ ਬਹਿੰਦੇ ਸੀਗੇ, ਜਿਵੇਂ ਇਕੱਠੇ ਬੈਠੇ ਜਿੱਥੇ ਬਹਿ ਕੇ ਖਾਣਾ, ਮਤਲਬ ਟੇਬਲਾਂ 'ਤੇ ਬੈਂਚ ਟਾਈਪ ਆ। ਸੋ ਸੇਮ ਫਰਨੈਸ ਇੱਥੇ ਵੀ ਹੈਗੀ ਆ, ਉਹ ਦਿਖਾਈ ਸੀ ਪਹਿਲਾਂ ਮੈਂ ਤੁਹਾਨੂੰ। ਕੁਛ ਅੱਗ ਬਾਲਣ ਵਾਸਤੇ ਪੁਰਾਣਾ ਮੈਪ ਲੱਗਿਆ ਹੋਇਆ, ਕੁਛ ਆਇਲ ਲੈਂਪ। ਤੇ ਇਹ ਦੇਖੋ, ਇਹ ਜਿਵੇਂ ਅੱਜ ਨਹੀਂ ਕੱਲ੍ਹ ਬਾਹਰ ਹੁੰਦੇ, ਇਹ ਪਿੱਛੇ ਦਾਰੂ ਪਈਆਂ ਬੋਤਲਾਂ ਪਈਆਂ ਹੋਈਆਂ ਤੇ ਲੋਕਾਂ ਨੂੰ ਸਰਵ ਕਰਦੇ ਸੀ ਇੱਥੇ, ਜਿਵੇਂ ਅੱਜ ਵੀ ਅੱਜ ਕੱਲ੍ਹ ਕਨਸੈਪਟ ਤੇ ਕਿ ਆਪਣੀ ਸੇਮ ਚੀਜ਼ ਹੀ ਆ। ਇੱਕ ਹੋਰ ਰੂਮ ਆ ਗਿਆ ਅੰਦਰ ਹੀ ਇਹਦੇ। ਥਿੰਕ ਇਹ ਵੀ ਥੋੜਾ ਗੇਮਸ ਜਿਹੀਆਂ ਪਈਆਂ ਇੱਥੇ, ਕੁਛ ਮਤਲਬ ਜਿਹੜੇ ਲੋਕ ਟਾਈਮ ਪਾਸ ਕਰਦੇ ਹੋਣੇ ਪਹਿਲਾਂ ਪੁਰਾਣੇ ਖੇਡਣ ਨੂੰ, ਮਤਲਬ ਪੀਂਦੇ ਹੋਣੇ ਦੇ ਨਾਲ ਕੁਛ ਗੇਮਸ ਚਾਹੀਦੀਆਂ ਉਹਨਾਂ ਨੂੰ ਖੇਡਣ ਵਾਸਤੇ। ਚੈਸ ਪਈ ਹੈ ਇੱਥੇ, ਹਾਂ ਕੁਛ ਕਿਸੇ ਨੇ ਰਾਈਟਿੰਗ ਕਰਨੀ ਆ, ਪੁਰਾਣੀ ਬੁੱਕ ਪਈ ਆ ਤੇ ਸੇਮ ਉਹ ਵੀ ਇੱਕ ਫਰਨੈਸ ਟਾਈਪ ਦੀ ਛੋਟੀ ਜਿਹੀ। ਨਹੀਂ ਇੱਧਰ ਬਾਰ ਦੇ ਵਿੱਚ ਉਹ ਬੈਰਲ ਨਹੀਂ ਪਿਆ, ਇਹਦੇ 'ਚ ਸਟੋਰ ਕਰਦੇ ਨੇ ਬੀਅਰ ਡਰਿੰਕਸ ਜਾਂ ਕੋਈ ਵੀ ਦਾਰੂ ਹੋ ਗਈ, ਤੇ ਇੱਥੋਂ ਕੱਢ ਲੋਕਾਂ ਨੂੰ ਪਾਈ ਜਾਂਦੇ ਹੋਣੇ ਆ ਇਹਨਾਂ ਗਲਾਸਾਂ 'ਚ। ਇਹਦਾ ਗਲਾਸ ਨਵੇਂ ਆ ਪਰ ਮੇਬੀ ਸਿਮਿਲਰ ਗਲਾਸ ਯੂਜ਼ ਕਰਦੇ ਸੀ ਕੁਛ ਇਸ ਤਰ੍ਹਾਂ। ਹੁਣ ਆਪਾਂ ਦੇਖਦੇ ਹਾਂ ਅਗਲੇ ਰੂਮਸ। ਇਹ ਸਕਾਰਬਰੋ ਦੇ ਵਿੱਚ ਸੀਗਾ ਓਰੀਜਨਲੀ ਤੇ 1847-48 ਚ ਬਣਾਇਆ ਗਿਆ ਸੀਗਾ। ਇਸ ਤਰ੍ਹਾਂ ਦਾ ਹੋਰ ਇੱਕ ਰੂਮ ਇੱਧਰ ਸੇਮ ਉਹੀ, ਇੱਥੇ ਵੀ ਲੋਕ ਬੈਠ ਕੇ ਕੁਛ ਰੈਸਟੋਰੈਂਟ ਟਾਈਪ ਸੀਗਾ, ਖਾਂਦੇ ਹੋਣੇ ਦੇ ਲੈਂਪ ਪੁਰਾਣੇ, ਕੁਛ ਪੁਰਾਣਾ ਸਮਾਨ ਪਿਆ ਪਿੱਛੇ ਵੀ, ਕੁਛ ਪੁਰਾਣੀਆਂ ਪੇਂਟਿੰਗਸ ਲੱਗੀਆਂ ਹੋਈਆਂ। ਇਸ ਤਰ੍ਹਾਂ ਦਾ ਰੂਮ ਇੱਕ ਪਿੱਛੇ ਵੀ ਹੈਗਾ। ਅੱਗੇ ਆ ਗਿਆ, ਇੱਥੇ ਮੈਨੂੰ ਲੱਗਦਾ ਕੁੱਕ ਕਰਦੇ ਹੋਣੇ ਆ। ਇਹ ਉਹਨਾਂ ਦਾ ਰੈਸਟੋਰੈਂਟ, ਮਤਲਬ ਪਿੱਛੇ ਕੀ ਕਰਦੇ ਸੀ, ਇੱਥੇ ਕੁਕਿੰਗ ਕਰਦੇ ਸੀ, ਉਹ ਵੀ ਪਿੱਛੇ ਜਿਵੇਂ ਹਜੇ ਵੀ ਅੱਗ 'ਚ ਦਿਖੀ ਜਾਂਦੀ ਹੈ। ਹਾਈ, ਜਿਵੇਂ ਰੱਖ ਰਹੀ ਹੈ ਸਮਾਨ ਦਿਖਾ ਰਹੀ ਹੈ। This is the kitchen of the hotel. Okay, got it. So people who are traveling could stop and get a meal served to them in the dining room. I see. And they could stay the night in the guest bedrooms upstairs. Mm-hmm. In the front room on the right is the bar, so people came to get a drink. Got it. So when was it back then? I mean, how long So was we think it? this building was constructed about 1849. It was in Scarborough originally on Kingston Road. Okay. So one of the main highways. Got it. So it was basically people used to, they can either stay here, they can dine in, or they can maybe just use it as a bar. Yes. Okay. Got it. So it served as a hotel cum restaurant. Mm-hmm. Yeah, kind of like a highway rest stop today. Got so it. if you're traveling longer distances, you need to break it up with some Yeah. You might stop on the way and then you can continue journey the next morning. Okay. Yes. Got it. I mean, do you still light fire over there sometime? Yeah, so I had actually some, I was doing some cooking today, I made some oatmeal porridge. So our theme here is sort of folk tales from different origins. So this is based on Goldilocks and the Three Bears. Okay. Where the little girl breaks into the bear's house and eats all the porridge and so forth. So would you like a sample? Yes, sure. So it's sweetened with maple syrup. Thank you so much. So many fairy tales or folk tales have a element of food in them. So we have It's delicious. Thank you. examples from, in keeping with our fairy tale theme, it's ਜਿਵੇਂ ਮੈਂ from ਦੱਸਿਆ ਪਹਿਲਾਂ Goldilocks ਕਿਚਨ and ਸੀਗੀ the ਇੱਥੇ, Bears. ਇਹ ਰੈਸਟੋਰੈਂਟ ਦੀ ਕਿਚਨ, ਇੱਥੇ ਲੋਕ ਸਮਾਨ ਬਣਾਉਂਦੇ ਸੀਗੇ, ਬ੍ਰੈਡ ਜਾਂ ਜੋ ਵੀ ਹੋਰ ਪ੍ਰਪੇਅਰ ਕਰ ਸਕਦੇ, ਅੱਗੇ ਲੋਕਾਂ ਨੂੰ ਸਰਵ ਕਰਦੇ ਸੀ, ਜਿਹੜਾ ਪਹਿਲਾਂ ਆਪਾਂ ਫਰੰਟ ਤੇ ਰੂਮ ਦੇਖਿਆ ਸੀਗਾ। Still milk. Something. Yes, oatmeal porridge. ਉਹਦੇ ਪਿੱਛੇ oatmeal? ਲੱਕੜਾਂ ਵੀ ਪਈਆਂ ਨੇ। No, it's ਹੁਣ ਆਪਾਂ ਚੱਲ ਕੇ ਦੇਖਦੇ ਹਾਂ ਉੱਪਰ ਕੀ ਹੈ ਇਹਦੇ। ਸੋ ਆ ਇਹਦੀ ਗਰਾਊਂਡ ਫਲੋਰ ਤੋਂ ਬਾਅਦ ਫਸਟ ਫਲੋਰ ਆ ਗਈ। ਇੱਥੇ ਬੈੱਡ ਪਏ ਆ ਕੁਛ, ਜਿਹੜੇ ਲੋਕ ਰਾਹ 'ਚ ਰੁਕਦੇ ਸੀ, ਜਿਵੇਂ ਉਹ ਦੱਸ ਰਹੀ ਸੀ ਨੀਚੇ ਕਿ
ਜਿਹੜੇ ਪੈਸੇਂਜਰ ਸੀਗੇ ਉਹ ਇੱਥੇ ਰੂਮ ਰੈਂਟ ਤੇ ਲੈ ਕੇ ਰਹਿ ਸਕਦੇ ਸੀਗੇ। ਸੋ ਅਲੱਗ-ਅਲੱਗ ਰੂਮ ਬਣੇ ਹੋਏ ਇੱਥੇ, ਮਤਲਬ ਪੁਰਾਣਾ ਹੋਟਲ ਹੈ ਇਹ 1860 ਦਾ। ਸਮਾਨ ਪਿਆ ਜਿਵੇਂ ਦਿਖਾਇਆ ਹੋਇਆ ਕਿ ਲੋਕ ਇੱਥੇ ਸਮਾਨ ਰੱਖ ਲੈਂਦੇ ਸੀ ਆਪਣਾ, ਤੇ ਆ ਬੈੱਡ ਸੀਗਾ ਸਾਹਮਣੇ। ਇੱਕ ਹੋਰ ਛੋਟਾ ਜਿਹਾ ਰੂਮ, ਹੋਰ ਸਮਾਨ ਪਿਆ ਇੱਕ ਪੁਰਾਣਾ, ਤੇ ਇੱਧਰ ਇੱਕ ਹੋਰ ਰੂਮ ਬਣਿਆ ਹੋਇਆ ਪੁਰਾਣੇ ਕੁਛ ਟੱਚੀ ਪਏ ਹੋਏ ਆ। ਤੇ ਆ ਲੈਂਪ, ਮਤਲਬ ਲੋਕ ਰਾਤ ਨੂੰ ਜੇ ਕਿਸੇ ਨੇ ਪੜ੍ਹਨਾ ਜਾਂ ਕੋਈ ਵੀ ਕੰਮ ਕਰਨਾ ਤਾਂ ਲੋਕ ਇਹ ਲੈਂਪ ਯੂਜ਼ ਕਰਦੇ ਸੀ। ਨੀਚੇ ਤੇਲ ਇਹਦੇ, ਮਤਲਬ ਪਹਿਲਾਂ ਬਿਜਲੀ ਤਾਂ ਹੁੰਦੀ ਨਹੀਂ ਸੀ ਉਸ ਜ਼ਮਾਨੇ ਦੇ ਵਿੱਚ। ਸੋ ਇੱਧਰ ਕੁਛ ਹੋਰ ਬਣੇ ਹੋਏ, ਹਾਲ ਵੀ ਆ ਗਿਆ ਇੱਕ ਇੱਧਰ। ਹਰੇਕ ਕਾਰਨਰ 'ਚ ਦੇਖਣਾ ਤੁਸੀਂ ਲੈਂਪ ਲੱਗੇ ਹੋਏ ਆ, ਮਤਲਬ ਇਹ ਪੁਰਾਣਾ, ਪਹਿਲਾਂ ਬਿਜਲੀ ਨਹੀਂ ਹੁੰਦੀ ਸੀ ਤੇ ਲੋਕ ਇਹ ਤੇਲ ਵਾਲੇ ਲੈਂਪ ਯੂਜ਼ ਕਰਦੇ ਸੀ ਥਾਂ ਥਾਂ 'ਤੇ। ਜਿਵੇਂ ਇੰਡੀਆ 'ਚ ਨਹੀਂ ਮਸ਼ਾਲਾਂ ਤੁਸੀਂ ਦੇਖਦੇ ਹੋ ਜਾਂ ਦੀਵੇ, ਸੇਮ ਇੱਥੇ ਸੀਗਾ। ਇਹ ਬੈਂਚ ਸੀਗਾ ਤੇ ਕਹਿੰਦੇ ਇਹਨਾਂ ਨੇ ਲਿਖਿਆ ਹੋਇਆ ਕਿ ਆਲਦੋ ਇਹ ਕੰਫਰਟੇਬਲ ਲੱਗ ਰਿਹਾ ਤੇ ਤੁਸੀਂ ਬੈਠਣਾ ਚਾਹੋਗੇ, ਪਰ ਇਹਦੇ ਬੈਠੋ ਨਾ, ਬਹੁਤ ਪੁਰਾਣਾ ਇਹ ਤੇ ਖਰਾਬ ਹੋ ਸਕਦਾ, ਤਾਂ ਕਰਕੇ ਇਹਨਾਂ ਲਿਖ ਕੇ ਲਾਇਆ ਹੋਇਆ। ਆਹ ਸੇਮ ਫਰਨੈਸ, ਇਹ 'ਚ ਅੱਗ ਮਚਾ ਕੇ ਪੂਰੇ ਨੂੰ ਗਰਮ ਕਰਦੇ ਸੀ। ਇਹ ਹਵਾ ਜਿਵੇਂ ਗਰਮ ਪੂਰੇ ਸਰਕੂਲੇਟ ਹੁੰਦੀ ਰਹਿੰਦੀ ਸੀ ਪੂਰੇ ਬਿਲਡਿੰਗ 'ਚ। ਇੱਕ ਪੁਰਾਣਾ ਹੋਰ ਸੋਫਾ ਪਿਆ ਇੱਥੇ, ਸੇਮ ਪੁਰਾਣਾ ਸੈਟਅਪ ਦਿਖਾਇਆ ਹੋਇਆ ਕੁਛ। ਤੇ ਅਗੇਨ ਇੱਕ ਹੋਰ ਸੋਫਾ ਪਿਆ ਇੱਧਰਲੇ ਪਾਸੇ। ਕੁਛ ਪੁਰਾਣੀਆਂ ਪੇਂਟਿੰਗਸ ਆ ਦਿਖਾਈਆਂ ਹੋਈਆਂ ਇਹਨਾਂ ਨੇ ਕਿ ਲੋਕ ਕਿਵੇਂ, ਮਤਲਬ ਘੋੜਿਆਂ 'ਤੇ ਲੋਕ ਆਉਂਦੇ ਸੀਗੇ, ਇਹ ਰਹਿੰਦੇ ਸੀਗੇ ਇੱਥੇ, ਤੇ ਟਰਾਂਸਪੋਰਟੇਸ਼ਨ ਦਿਖਾਈ ਹੈ ਪੁਰਾਣੀ। ਚਲੋ ਹੁਣ ਆਪਾਂ ਨੀਚੇ ਚੱਲਦੇ ਹਾਂ। ਇਹਦੀ ਇੱਕ ਨਾ ਬੇਸਮੈਂਟ ਵੀ ਹੈਗੀ ਆ, ਮਤਲਬ ਨੀਚੇ ਆ ਦੇਖੋ ਇੱਧਰ ਨੀਚੇ ਹੈਗੀ ਬਰੂਰੀ, ਮਤਲਬ ਜਿੱਥੇ ਉਹ ਸ਼ਰਾਬ ਬਣਾਉਂਦੇ ਸੀ ਜਾਂ ਬੀਅਰ ਬਣਾਉਂਦੇ ਸੀਗੇ। ਇਹ ਥੱਲੇ ਸਟੋਰ ਕਰਦੇ ਹੋਣੇ ਨੇ। I'm sure they had the lights from back then. ਸੋ ਇਹ ਬਰੂਰੀ ਆ, ਲਿਖਿਆ ਹੋਇਆ ਪਲੀਜ਼ ਵੇਟ ਟੂ ਬੀ ਸੀਟਡ, ਮਤਲਬ ਤੁਸੀਂ ਇੱਥੇ ਵੇਟ ਕਰੋ, ਜੇ ਅੰਦਰ ਰਸ਼ ਆ ਤਾਂ ਤੁਹਾਡੀ ਵਾਰੀ ਆਊਗੀ, ਤੁਸੀਂ ਇੱਥੇ ਬੈਠ ਕੇ ਵੇਟ ਕਰੋ ਨਾ ਚਿਰ। ਠੀਕ ਹੈ, ਖੁੱਲ ਗਿਆ। ਵਾਹ। ਸੋ ਇਹ ਸੇਮ ਹੀ ਸੀਗਾ, ਇੱਥੇ ਲੋਕਾਂ ਨੂੰ ਸਰਵ ਕਰਦੇ ਸੀਗੇ ਦਾਰੂ, ਤੇ ਇਹ ਐਜ਼ ਅ ਸਟੋਰੇਜ ਵੀ ਯੂਜ਼ ਕੀਤਾ ਜਾਂਦਾ ਸੀਗਾ। ਜਿਵੇਂ ਲਿਖਿਆ ਹੋਇਆ ਕਰਾਫਟ ਬਰੂ ਸਟੋਰੀ ਫਿਟ ਟੂ ਡਰਿੰਕ, ਤੇ ਇਹਨਾਂ ਦੇ ਵਿੱਚ ਇਹ ਸਟੋਰ ਕਰਕੇ ਰੱਖਦੇ ਸੀਗੇ। ਇਹਨਾਂ 'ਚ ਆਹ ਪਿੱਛੇ ਬੈਰਲ ਪਏ ਹੋਏ ਲੱਕੜ ਦੇ, ਜਿਹੜੇ ਇਹਨਾਂ 'ਚ ਇਹ ਸਟੋਰ ਕਰਕੇ ਬਣਾਉਂਦੇ ਸੀਗੇ, ਜਿਵੇਂ ਆਪਣੇ ਲੋਕ ਨਹੀਂ ਉੱਥੇ ਬਣਾਉਂਦੇ ਕਈ ਵਾਰੀ। ਤੇ ਇਹ ਪੁਰਾਣੇ ਜ਼ਮਾਨੇ 'ਚ ਲੋਕ ਇੱਦਾਂ ਹੀ ਬਣਾ ਕੇ ਸਟੋਰ ਕਰਦੇ ਰਹਿੰਦੇ ਸੀ, ਤੇ ਆਪਣੇ ਆਪ ਬੰਦ ਰਹਿੰਦੀ ਸੀਗੀ। ਜਿੰਨੀ ਪੁਰਾਣੀ ਹੁੰਦੀ ਸੀ ਉਨੀ ਜ਼ਿਆਦਾ ਵਧੀਆ ਹੁੰਦੀ ਸੀਗੀ। ਤੇ ਅੰਦਰ ਦੇ ਗਲਾਸ ਪਏ ਟੇਸਟ ਕਰਨ ਵਾਸਤੇ, ਬੀਅਰ ਵਗੈਰਾ ਜਾਂ ਸ਼ਰਾਬ ਵਗੈਰਾ। ਉਹ ਬਾਲਟੀ ਪਈ ਆ, ਉਹਦੇ 'ਚ ਟੂਟੀ ਲੱਗੀ ਵੀ ਆ ਉੱਪਰ, ਉਹਦੇ 'ਚ ਸਟੋਰ ਕਰਕੇ, ਤੇ ਇਹਦੇ 'ਚ ਟੈਪ ਦੇ ਥਰੂ ਇਹ ਬਾਲਟੀ ਭਰ ਲੈਂਦੇ ਸੀ ਤੇ ਲੋਕਾਂ ਨੂੰ ਇਹ ਸਰਵ ਕਰੀ ਜਾਂਦੇ ਸੀਗੇ। ਸੋ ਇੱਕ ਤਰ੍ਹਾਂ ਦਾ ਸਟੋਰੇਜ ਸੈਲਰ ਬਣਾਇਆ ਹੋਇਆ ਹੈ ਜਿੱਥੇ ਕਿ ਬਰੂ ਕਰਦੇ ਸੀਗੇ। ਤੇ ਆਹ ਨੀਚੇ ਇੱਕ ਹੋਰ ਕਮਰਾ, ਚੇਅਰ ਆ ਰੱਖੀਆਂ ਪਈਆਂ ਟੇਬਲ 'ਤੇ। ਆਈ ਥਿੰਕ ਇਹ ਵੀ ਇੱਕ ਤਰ੍ਹਾਂ ਦਾ ਯੂਜ਼ ਕਰਦੇ ਸੀ ਪਹਿਲਾਂ। ਇਨਵੈਜ਼ਨ ਜੇ ਕਰਾਊਡ ਜ਼ਿਆਦਾ ਆ ਤਾਂ ਲੋਕ ਨੀਚੇ ਬਿਠਾਉਂਦੇ ਸੀਗੇ, ਰੈਸਟੋਰੈਂਟ ਟਾਈਪ ਸੀਗਾ। ਦੇਖ ਨਹੀਂ ਰਿਹਾ ਹੁਣ ਤਾਂ ਮੈਨੂੰ ਲੱਗਦਾ ਕੁਛ ਜ਼ਿਆਦਾ। ਬੇਸਮੈਂਟ ਦੇ ਵਿੱਚ ਵੀ ਲੋਕ ਬਹਿ ਸਕਦੇ ਸੀ ਆ ਕੇ, ਜਿਹਨੇ ਬੀਅਰ ਵਗੈਰਾ ਪੀਣੀ ਹੈ, ਦਾਰੂ ਵਗੈਰਾ ਪੀਣੀ ਹੈ, ਪੈਸੇਂਜਰਸ, ਟਰੈਵਲਰਸ, ਜਾਂ ਵੈਸੇ ਕਿਸੇ ਕੋਈ ਖਾਣਾ ਆ ਰਿਹਾ। ਹੁਣ ਆਪਾਂ ਚੱਲਦੇ ਹਾਂ ਉੱਪਰ, ਹੋਰ ਬਿਲਡਿੰਗਸ ਵੇਖਦੇ ਜਾ ਕੇ। ਸੋ ਇਹ ਸੀਗੀ ਬਲੈਕ ਕ੍ਰੀਕ ਪਾਇਨੀਅਰ ਵਿਲੇਜ ਬਰੂਅਰੀ। ਕੁਛ ਡਾਂਸ ਕਰ ਰਹੇ Why you just walk
ਬੱਚੇ ਨਾਲ ਡਾਂਸ ਕਰ ਰਹੇ ਇੱਥੇ। ਇਹਨਾਂ ਨੇ ਜਿਹੜੀ ਡਰੈਸ ਪਾਈ ਹੈ ਨਾ ਕੁੜੀਆਂ ਨੇ, ਇਹ ਮਤਲਬ ਜਿਵੇਂ ਪਹਿਲਾਂ ਨਹੀਂ ਡਾਂਸ ਸ਼ੋਅ ਦੇ ਵਿੱਚ ਜਾਂ ਡਾਂਸ ਲੋਕ ਕਰਦੇ ਸੀ ਕਿਤੇ ਪਾਰਟੀ ਵਗੈਰਾ ਤੇ ਸੇਮ ਡਰੈਸ ਪਾਈ ਹੋਈ ਤੇ ਸੇਮ ਇੱਧਰ ਪਾਇਰਟਸ ਦੀ ਡਰੈਸ ਪਾਈ ਹੋਈ ਹੈ। ਸੋ ਇਹ ਉਹ ਪੁਰਾਣਾ ਕਨਸੈਪਟ ਦਿਖਾਇਆ ਹੋਇਆ 1860s ਦਾ 1870s ਦਾ। Wonderful that you guys are here. Sign up. ਚਲੋ ਹੁਣ ਆਪਾਂ ਕਰਦੇ ਹਾਂ ਐਕਸਪਲੋਰ ਥੋੜ੍ਹੀਆਂ ਹੋਰ ਬਿਲਡਿੰਗਸ। ਇੱਧਰ ਹੈਗੀ ਫਿਸ਼ਰਵਿਲ ਚਰਚ, ਆਪਾਂ ਚਰਚ ਜਾ ਕੇ ਦੇਖਦੇ ਹਾਂ ਕਿਵੇਂ ਦੀ ਆ। ਜੇ ਪਿੱਛੇ ਦੇਖੀਏ ਤਾਂ ਇਦਾਂ ਹੋਰ ਵੀ ਹੈਗੇ ਕੁਛ ਇਹ ਬਿਲਡਿੰਗ ਤੇ ਬਾਅਦ 'ਚ ਜਾਵਾਂਗੇ ਉੱਥੇ। ਇੱਧਰੋਂ ਆਪਾਂ ਆਏ ਸੀ ਇਹ ਵਾਲੇ ਪਾਸੇ। ਇੱਕ ਹੋਰ ਘਰ ਆ ਗਿਆ, ਇਹਨੂੰ ਕਹਿੰਦਾ ਬਰਕਵਿਕ ਹਾਊਸ। 1844 ਦੇ ਵਿੱਚ ਬਣਾਇਆ ਸੀ ਇਹ। ਸੋ ਇਹ ਬਰਕਵਿਕ ਹਾਊਸ ਜਿਹੜਾ ਸੀਗਾ 1844 ਵਿੱਚ ਬਣਾਇਆ ਸੀ। ਬੰਦੇ ਦਾ ਨਾਮ ਸੀਗਾ ਰੋਲੈਂਡ ਬਰ, ਜਿਹੜਾ ਕਿ ਇੰਜੀਨੀਅਰ ਤੇ ਇੱਕ ਰੋਡ ਕੰਟਰੈਕਟਰ ਸੀਗਾ। ਇਹਦੀ ਓਰੀਜਨਲ ਲੋਕੇਸ਼ਨ ਵੁੱਡ ਬ੍ਰਿਜ ਸੀਗੀ ਓਨਟਾਰੀਓ ਦੇ ਵਿੱਚ। ਤੇ ਇਹ ਜਿਹੜਾ ਸੀਗਾ ਇਹ ਮਤਲਬ ਇੱਥੇ ਇਹ ਜਿਹੜਾ ਬਲੈਕ ਕ੍ਰੀਕ ਵਿਲੇਜ ਆ ਇਹਦੇ 'ਚ 1958 ਦੇ ਵਿੱਚ ਮੂਵ ਕਰਤਾ ਸੀਗਾ ਇਹ ਘਰ ਨੂੰ, ਤੇ ਬਾਕੀ ਨੂੰ ਰਿਪੇਅਰ ਕਰਕੇ ਫਿਰ ਪਬਲਿਕਲੀ ਓਪਨ ਕਰਤਾ ਸੀਗਾ ਐਜ਼ ਅ ਮਿਊਜ਼ੀਅਮ। ਜਿਵੇਂ ਤੁਸੀਂ ਦੇਖ ਰਹੇ ਹੋ ਇਹ ਰੂਮ ਇਹਦਾ ਇੱਕ ਘਰ ਦਾ ਸੈਟਅਪ ਬਣਾਇਆ ਹੋਇਆ ਟੇਬਲ ਚੇਅਰ ਦਾ, ਤੇ ਅੰਦਰ ਡਾਈਨਿੰਗ ਰੂਮ ਆ, ਪਿੱਛੇ ਫਰਨੈਸ ਆ ਉੱਪਰ ਜਾਣ ਦੇ ਲਈ ਸਟੇਅਰਸ ਆ ਇੱਕ ਹੋਰ ਰੂਮ ਆ। ਇੱਧਰ ਕੱਪੜੇ ਪਏ ਹੋਏ ਜਿਹੜੇ ਲੋਕ ਪਾਉਂਦੇ ਸੀਗੇ ਪਹਿਲਾਂ, ਸ਼ੂਜ਼ ਟਾਈਪ ਕੱਪੜੇ ਦੇ ਪਏ ਹੋਏ ਆ। ਤੇ ਡਰਾਇੰਗ ਰੂਮ ਟਾਈਪ ਲੱਗ ਰਿਹਾ, ਪਿੱਛੇ ਪਿਆਨੋ ਪਿਆ, ਪੇਂਟਿੰਗ ਲੱਗੀ ਹੋ, ਫਿਰ ਫਰਨੈਸ ਹੋਈ, ਕਾਊਚ ਤੇ ਹੋਰ ਪੇਂਟਿੰਗਸ। ਘਰ ਦਾ ਜਿਹੜਾ ਆਰਕੀਟੈਕਚਰ ਹੈ ਇਹ ਜਾਰਜੀਅਨ ਆਰਕੀਟੈਕਚਰ ਆ, ਜਿਹੜਾ ਕਿ ਇਨਫਲੂਐਂਸ ਸੀਗਾ ਜਿਹੜੇ ਕਿ ਬ੍ਰਿਟਿਸ਼ ਮਾਈਗ੍ਰੈਂਟ ਨਾਰਥ ਅਮਰੀਕਾ 'ਚ ਮੂਵ ਹੋ ਰਹੇ ਸੀਗੇ ਪਹਿਲਾਂ ਜ਼ਮਾਨੇ 'ਚ। ਇਹ ਸਾਰਾ ਕੁਝ ਉਹਦੇ ਤੋਂ ਇਨਫਲੂਐਂਸਡ ਹੈ। ਜਿਵੇਂ ਅਲੱਗ-ਅਲੱਗ ਆਰਕੀਟੈਕਚਰ ਹੁੰਦੇ ਨਾ, ਤੇ ਇਹਦਾ ਹੈਗਾ ਜਾਰਜੀਅਨ ਆਰਕੀਟੈਕਚਰ। ਹੁਣ ਆਪਾਂ ਚੱਲ ਕੇ ਦੇਖਦੇ ਹਾਂ ਕੀ They built them to last. So, ਹਾਂ ਇੱਕ ਹੋਰ ਰੂਮ ਆ, ਕੁਛ ਟੂਲਸ ਪਏ ਹੋਏ ਆ ਅੱਗੇ ਟੇਬਲ ਤੇ। women actually, for the most part, always were allowed to go to school, ਕੱਪੜੇ like ਪਏ to ਆ, public ਕੁਛ schools, ਪਹਿਲਾਂ ਜਿਹੜੇ ਲੋਕ common same schools. use So, ਕਰਦੇ like we ਸੀਗੇ। have our schoolhouse here. It's from Markham, and it was a common school. And girls were always allowed to attend. During the Victorian era, they liked to keep the girls and the boys like on separate sides of the classroom, that sort of thing. But girls were always included. But formal education didn't really start until the 1860s, where like the government took over and said like, we want your kids here and doing this. Because before that, it was sort of like, oh. ਇੱਕ ਹੋਰ ਰੂਮ ਹੈ ਘਰ ਦਾ, ਕਾਊਚ, ਕੁਛ ਪੇਂਟਿੰਗਸ ਤੇ ਉਹ ਸਟੱਡੀ ਟੇਬਲ ਅੱਗੇ ਇੱਕ ਉਹ ਦੇਖ ਰਹੇ ਜਿਹੜਾ ਖੰਭ ਟਾਈਪ ਜਿਹਾ ਪਿਆ ਲੋਕ ਪਹਿਲਾਂ ਯੂਜ਼ ਕਰਦੇ ਸੀ। ਉਹ ਖੰਭ ਦੇ ਨਾ ਅੱਗੇ ਨਿੱਬ ਲਾ ਕੇ ਲੋਕ ਉਹਨੂੰ ਇੰਕ 'ਚ ਡਿਪ ਕਰ ਕਰਕੇ ਲਿਖਦੇ ਸੀਗੇ। ਤੇ ਸੇਮ ਬੁੱਕ ਪਈ ਹੈ ਤੇ ਇੱਕ ਟੇਬਲ ਲਿਖਣ ਦੇ ਲਈ ਆ, ਕੁਛ ਡੈਕੋਰੇਸ਼ਨ ਦਾ ਸਮਾਨ। ਆਪਾਂ ਚੱਲਦੇ ਹਾਂ ਉੱਪਰ, ਸਟੇਅਰਸ ਲੈ ਕੇ ਉੱਪਰ ਚੱਲ ਕੇ ਦੇਖਦੇ ਕੀ ਆ। ਹਾਂ ਪਿਆ, ਇਹਦੇ 'ਚ ਬਿਠਾ ਕੇ ਬੱਚਿਆਂ ਨੂੰ ਇਹ ਤੋਰੀ ਫਿਰਦੇ ਸੀਗੇ। ਆ ਨਹੀਂ ਛੋਟਾ ਗੱਡੀ ਟਾਈਪ ਜੀ, ਆਈ ਥਿੰਕ ਬੱਚਿਆਂ ਦਾ ਰੂਮ ਹੈ। ਬੈੱਡ, ਪੁਰਾਣਾ ਟੇਬਲ। ਇੱਕ ਛੋਟਾ ਜਿਹਾ ਇੱਕ ਅਲੱਗ ਰੂਮ ਬਣਾਇਆ ਹੋਇਆ। ਇਹ ਆਈ ਥਿੰਕ ਬੇਸਿਕਲੀ ਯੂਜ਼ ਕੀਤਾ ਜਾਂਦਾ ਸੀਗਾ ਸੂਇੰਗ ਮਸ਼ੀਨ, ਜਿਹੜੀ ਕੱਪੜਿਆਂ ਨੂੰ ਸਿਉਣ ਦੇ ਲਈ ਮਸ਼ੀਨ ਜਿਹੜੀ ਯੂਜ਼ ਕੀਤੀ ਜਾਂਦੀ ਅੱਜ ਵੀ ਇੰਡੀਆ 'ਚ ਯੂਜ਼ ਹੁੰਦੀਆਂ, ਪੈਰ ਮਾਰ ਕੇ ਨੀਚੇ। ਇੱਥੇ ਬੈਠ ਕੇ ਤੁਸੀਂ ਮੇ ਵੀ ਆਪਣਾ ਕੰਮਕਾਰ ਕਰ ਸਕਦੇ ਹੋ ਥੋੜ੍ਹਾ ਬਹੁਤਾ। ਇਹ ਛੋਟਾ ਜਿਹਾ ਰੂਮ ਉਹ ਕੰਮ ਕਰਨ ਨੂੰ ਸੀਗਾ, ਤੇ ਇੱਕ ਚੇਅਰ ਪਈ ਹੈ ਪਿੱਛੇ ਜੇ ਤੁਸੀਂ ਮੰਨ ਲਓ ਸਟੱਡੀ ਕਰਨੀ ਆ, ਤੇ ਇੱਕ ਲੈਂਪ ਵੀ ਪਿਆ, ਤੇ ਇੱਥੋਂ ਤੁਸੀਂ ਬਾਹਰ ਦੇਖ ਵੀ ਸਕਦੇ ਹੋ। ਸੋ ਇੱਕ ਇਹ ਵੀ ਇਹਦੀ ਐਡਵਾਂਟੇਜ ਸੀਗੀ, ਜੇ ਕੋਈ ਆਉਂਦਾ ਜਾਂਦਾ ਘਰੇ ਤੁਸੀਂ ਇਹ ਵਿੰਡੋ ਥਰੂ ਦੇਖ ਸਕਦੇ ਹੋ, ਤੇ ਨਾਲੇ ਉੱਪਰ ਬੈਠ ਕੇ ਆਪਣਾ ਕੰਮ ਕਰ ਸਕਦੇ ਹੋ। ਤਾਂ ਕਰਕੇ ਜਿਹੜਾ ਛੋਟਾ ਜਿਹਾ ਰੂਮ ਸੀਗਾ, ਇਹ ਦੇਖੋ ਇੱਥੋਂ ਘਰ ਕਰਵ ਹੋ ਰਿਹਾ ਉੱਪਰੋਂ, ਛੱਤਾਂ ਜਿਵੇਂ ਕਰਵ ਹੁੰਦੀਆਂ, ਇਹ ਉਵੇਂ ਇੱਕ ਛੋਟਾ ਜਿਹਾ ਬਣਾਇਆ ਹੋਇਆ ਰੂਮ।
ਆ ਇੱਕ ਹੋਰ ਬੈਡਰੂਮ ਆ ਗਿਆ, ਇਹ ਵੱਡਾ ਸਾਈਜ਼ ਆ ਬੈਡਰੂਮ ਦਾ। ਬੱਚਿਆਂ ਦੇ ਲਈ ਪਈ ਵੇ ਉਹ ਘੋੜਾ ਆ। ਆ ਬੈਕ ਯਾਰਡ ਆ ਗਿਆ ਘਰ ਦਾ। ਕਿੱਦਾਂ ਲਿਖਦਾ ਹੈ ਸਾਈਡ ਤੋਂ। ਆ ਪਿੱਛੇ ਬੈਕ ਯਾਰਡ ਦੇ ਘਰ ਦੇ ਕੁਛ ਇਹਨਾਂ ਨੇ ਪਤਾ ਨਹੀਂ ਇੱਕ ਮਸ਼ੀਨ ਜਿਹੜਾ ਵੁਡਨ ਵੀਲ ਜਾ ਵੁੱਡ ਦਾ ਬਣਾਇਆ ਵੇ, ਕੁਛ ਕਿਸੇ ਯੂਜ਼ ਲਈ ਕੰਮ ਲਈ ਕਰਦੇ ਹੋਣਾ ਯੂਜ਼। ਪਿੱਛੇ ਬੇਸਮੈਂਟ ਵੀ ਹੈਗੇ, ਨੀਚੇ ਦੇਖੋ ਤੁਸੀਂ ਉਹ ਇਹ ਦਰਵਾਜ਼ਾ ਬੇਸਮੈਂਟ ਦਾ। ਅੰਦਰ ਜਾ ਨਹੀਂ ਸਕਦੇ, ਇਹਨਾਂ ਨੇ ਬੰਦ ਕੀਤਾ ਹੋਇਆ ਇੱਥੋਂ। ਪਿੱਛੇ ਕੁਛ ਕਾਰਡ ਪਏ ਆ ਜਿਹੜੇ ਲੋਕ ਪੁੱਲ ਕਰਦੇ ਸੀ ਪਹਿਲਾਂ ਘੋੜਿਆਂ ਦੇ ਨਾਲ। ਹੋਰਸ ਕਾਰਡ ਆ ਪਿੱਛੇ, ਜਿਵੇਂ ਜ਼ੂਮ ਕਰਕੇ ਇਹ ਵਾਲੇ। ਪਿੱਛੇ ਸਟੋਰੇਜ ਬਣਾਇਆ ਹੋਇਆ ਇੱਕ ਸਟੋਰੇਜ ਦਾ, ਜਿਹਨੂੰ ਬਾਨ ਕਹਿੰਦੇ ਆਪਣਾ ਸਟੋਰ ਕਰਨ ਨੂੰ ਸਮਾਨ ਜਾਂ ਘੋੜੇ ਸਟੋਰ ਕਰਨ ਨੂੰ, ਮਤਲਬ ਘੋੜੇ ਜਿਵੇਂ ਤਬੇਲਾ ਜਿਹਨੂੰ ਕਹਿੰਦੇ ਆ, ਤਬੇਲਾ ਟਾਈਪ ਹੈ। ਤੇ ਇੱਕ ਛੋਟਾ ਜਿਹਾ ਕਮਰਾ ਹੋਰ ਆ ਪਿੱਛੇ, ਮਤਲਬ ਛੋਟੀ ਜਿਹੀ ਰੂਮ ਟਾਈਪ ਸਟੋਰੇਜ ਦੇ ਲਈ ਆ। ਇੱਥੇ ਪਿਛਲੇ ਹਫਤੇ ਆਏ ਸੀ ਇੱਥੇ ਨਿੱਕੇ ਨਿੱਕੇ ਗੂਜ਼ ਜਿਹਨੂੰ ਕਹਿੰਦੇ ਆ, ਗੀਜ਼ ਬੱਤਖ ਟਾਈਪ ਜੀ ਸੀਗੇ ਇੱਥੇ, ਪਰ ਅੱਜ ਹੈ ਨਹੀਂ ਗੇ। ਉਹ ਫਿਰਦਾ, ਉਹ ਪਿੱਛੇ ਖੜਾ ਹੈ, ਉਹ ਖੜਾ ਇੱਕ ਪਿੱਛੇ। ਤੇ ਇੱਦਾਂ ਆਏ ਪਿੱਛੋਂ, ਉਹ ਦੇਖੋ ਦਰਖਤ ਕਿੱਡਾ ਵੱਡਾ ਲੱਗਿਆ ਪਿੱਛੇ, ਵਧੀਆ ਸੰਘਣਾ। ਦਰਖਤ ਸਾਰੇ ਪੁਰਾਣੇ ਆ ਇਹ, ਬਹੁਤ ਜ਼ਿਆਦਾ। ਦੇਖੋ ਤੁਸੀਂ ਸਾਰੇ ਅੱਗੇ ਚੱਲ ਕੇ ਵੇਖਦੇ ਹਾਂ ਆਪਾਂ ਇੱਧਰ ਹੁਣ ਕੀ ਆ। ਉਹ ਦੇਖੋ ਪਿੱਛੇ ਖੜਾ ਇੱਕ। ਇਹਨਾਂ ਨੂੰ ਪਹਿਲਾਂ ਯੂਜ਼ ਕਰਦੇ ਸੀ ਲੋਕ ਇਹਨਾਂ ਨੂੰ ਮੀਟ ਦੇ ਤੌਰ ਤੇ ਜਾਂ ਇਹ ਨਾ ਬਹੁਤ ਜ਼ਿਆਦਾ ਰੌਲਾ ਪਾਉਂਦੇ ਜਦੋਂ ਕੋਈ ਘਰੇ ਆਉਂਦਾ ਆ ਅਣਜਾਣ ਬੰਦਾ, ਤਾਂ ਇੱਕ ਤਰ੍ਹਾਂ ਦਾ ਇਹ ਰਾਖੀ ਦੇ ਲਈ ਵੀ ਯੂਜ਼ ਕਰਦੇ ਸੀ। ਸੋ ਕੀ ਕਰਦੇ ਸੀ, ਉਹ ਜਿਵੇਂ ਮੁਰਗੀਆਂ ਵਗੈਰਾ ਹੁੰਦੇ ਆ ਜਾਂ ਚੂਚਿਆਂ ਦੇ ਵਿੱਚ ਇਹਨਾਂ ਨੂੰ ਛੱਡ ਦਿੰਦੇ ਸੀਗੇ। ਅਤੇ ਜੇ ਮੰਨ ਲਓ ਜੇ ਕੋਈ ਆਉਂਦਾ ਸੀ ਜਾਂ ਕੋਈ ਕੁਛ ਉਹਨਾਂ ਨੂੰ ਬਾਹਰੋਂ ਕੋਈ ਬੰਦਾ ਦਿਖਦਾ ਸੀਗਾ ਤਾਂ ਇਹ ਰੌਲਾ ਪਾ ਦਿੰਦੇ ਸੀਗੇ। ਸੋ ਇੱਕ ਤਰ੍ਹਾਂ ਦਾ ਇਹ ਐਨੀਮਲ ਜਿਹੜਾ ਪ੍ਰੋਟੈਕਸ਼ਨ ਐਨੀਮਲ ਯੂਜ਼ ਕੀਤਾ ਜਾਂਦਾ ਸੀਗਾ ਆਵਾਜ਼ ਕਰਨ ਦੇ ਲਈ। ਸੋ ਦੈਟ ਕਿਉਂਕਿ ਅਣਜਾਣ ਬੰਦਾ ਜੇ ਘਰੇ ਆਉਂਦਾ ਤਾਂ ਪਤਾ ਲੱਗ ਜਿਹੜੇ ਘਰ ਦੇ ਲੋਕ ਰਹਿੰਦੇ ਉਹਨਾਂ ਨੂੰ। ਇਹ ਜਿਹੜੇ ਆਂਡੇ ਆ, ਆਂਡੇ ਤਾਂ ਇਹ ਘੱਟ ਦਿੰਦੇ ਆ, ਮਤਲਬ ਸਿਰਫ 3 ਕੁ ਮਹੀਨੇ ਦਿੰਦੇ ਆ ਪੂਰੇ ਸਾਲ 'ਚ ਆਂਡੇ। ਸੋ ਆਂਡੇ ਤਾਂ ਇਹਨਾਂ ਦਾ ਆਂਡਿਆਂ ਲਈ ਤਾਂ ਇਹਨਾਂ ਨੂੰ ਘੱਟ ਯੂਜ਼ ਕਰਦੇ ਸੀ, ਬਟ ਮੋਰ ਲਾਈਕ ਇਹਨਾਂ ਨੂੰ ਐਜ਼ ਅ ਗਾਰਡ ਐਨੀਮਲ ਯੂਜ਼ ਕਰਦੇ ਸੀਗੇ। ਅਤੇ ਇੱਕ ਹੋਰ ਵੀ ਗੱਲ ਆ, ਇਹਨਾਂ ਦੇ ਨਾ ਨਿੱਕੇ ਨਿੱਕੇ ਖੰਭ, ਚਿੱਟੇ ਜਿਹੇ ਖੰਭ ਆ ਜਿਹੜੇ, ਇਹਨਾਂ ਨੂੰ ਇਹ ਫੈਦਰਸ ਨੂੰ ਸਰਾਣੇ ਦੇ ਵਿੱਚ ਜਾਂ ਕੋਈ ਕੰਬਲ ਵਗੈਰਾ ਦੇ ਵਿੱਚ ਐਜ਼ ਅ ਇਨਸੂਲੇਟਰ ਯੂਜ਼ ਕਰਦੇ ਸੀਗੇ ਠੰਡ ਦੇ ਵਿੱਚ, ਕਿਉਂਕਿ ਇਹ ਕਾਫੀ ਗਰਮ ਹੁੰਦੇ ਆ। ਅਤੇ ਜਿਵੇਂ ਕੋਈ ਵੀ ਜਿਹੜੀਆਂ ਜੈਕਟਸ ਵਗੈਰਾ ਹੈਗੀਆਂ ਉਹ ਗਰਮ ਰਹਿੰਦੀਆਂ ਸੀਗੀਆਂ, ਤਾਂ ਕਰਕੇ ਉਹ ਵੀ ਇਕੱਠੇ ਕਰਦੇ ਸੀ ਇਹਨਾਂ ਦੇ। ਅਤੇ ਇੱਕ ਇਹ ਯੂਜ਼ ਵੀ ਸੀਗਾ ਐਨੀਮਲ ਦਾ। ਟੂ ਲੋਜ਼ ਗੀਜ਼